ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜੋ ਭੇਤ ਦਿੱਤਾ ਹੈ, ਜੋ ਸਾਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ, ਜੋ ਇਹ ਕਹਾਣੀ ਚੱਲਦੀ ਮਾਲਕ ਨੂੰ ਮਿਲਾਪ ਦੀ, ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਤੇ ਕਿਵੇਂ ਅਸੀਂ ਵਾਪਸ ਫਿਰ ਪਰਮਾਤਮਾ ਦੇ ਨਾਲ ਮਿਲਾਪ ਕਰਨ, ਇਸ ਨੂੰ ਗੁਰਬਾਣੀ ਗੁਰੂ ਵਿੱਚ ਅਕਥ ਕਹਾਣੀ ਕਹਿੰਦੇ। ਜਦੋਂ ਇਹ ਅਕਥ ਕਹਾਣੀ ਨੂੰ ਅਸੀਂ ਧਿਆਨ ਦੇ ਨਾਲ ਸੁਣਦੇ, ਸਾਡੇ ਮਨ ਨੂੰ ਸੁੱਖ ਮਿਲਦਾ, ਸਾਡੇ ਮਨ ਨੂੰ ਸ਼ਾਂਤੀ ਆਉਂਦੀ। ਮਹਾਰਾਜ ਇਸ ਲਈ ਫਰਮਾਉਂਦੇ, ਸੁਣ ਅਕਥ ਕਥਾ ਸੁਖਵੰਤੀ, ਸਭ ਕਿਲ ਵਿਖ ਪਾਪ ਲਹੰਤੀ। ਬਈ ਜਦੋਂ ਅਸੀਂ ਇਹ ਕਥ ਕਹਾਣੀ ਨੂੰ ਸੁਣਾਂਗੇ, ਫਿਰ ਸਾਡੇ ਮਨ ਦੇ ਉੱਤੇ ਜਿਹੜੇ ਕਿਲ ਵਿਖ, ਜਿਹੜੀ ਪਾਪਾਂ ਦੀ ਮੈਲ ਲੱਗੀ, ਸਾਡੇ ਮਨ ਦੀ ਮੈਲ ਉਤਰ ਜਾਂਦੀ। ਹੁਣ ਜਦੋਂ ਆਪਾਂ ਇਹ ਸਤਸੰਗ 'ਚ ਆਉਂਦੇ ਹਾਂ, ਇੱਕ ਜਣਾ ਆਪਾਂ ਸ਼ਬਦ ਦੀ ਵਿਚਾਰ ਕਰਦੇ, ਬਾਕੀ ਆਪਾਂ ਪੂਰਾ ਧਿਆਨ ਦੇ ਨਾਲ ਸੁਣਦੇ।
ਇਹਦੇ ਨਾਲ ਸਾਡਾ ਮਨ ਤੇ ਮਨ ਦਾ ਤਨ ਹੈ ਜਿਹੜਾ, ਇਹ ਦੋਵੇਂ ਧੋਤੇ ਜਾਂਦੇ। ਮਹਾਰਾਜ ਫਰਮਾਉਂਦੇ ਨੇ, ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਹੁਣ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਜਿਸ ਸ਼ਬਦ ਦੀ ਮਹਿਮਾ ਗੁਰਬਾਣੀ ਗੁਰੂ ਕਰ ਰਹੇ ਨਾਮ ਦੀ, ਜਦੋਂ ਆਪਾਂ ਨਾਮ ਦੀ ਵਿਚਾਰ ਕਰਦੇ ਹਾਂ, ਇਹਦੇ ਨਾਲ ਸਾਡੇ ਮਨ ਤੋਂ ਮੈਲ ਉਤਰਦੀ। ਸਾਡੇ ਮਨ ਦੇ ਉੱਤੇ ਹੁਣ ਮੈਲ ਲੱਗਦੀ ਕਿਹੜੀ ਹੈ? ਸਾਡੇ ਮਨ ਦੇ ਉੱਤੇ ਮੈਲ ਲੱਗਦੀ ਦੁਬਦਾ ਦੀ, ਬੈਰ ਵਿਰੋਧ ਦੀ, ਨਿੰਦਿਆ ਦੀ, ਹਉਮੈ ਹੰਕਾਰ ਦੀ। ਇਹ ਸਾਰੀ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ। ਹੁਣ ਮਹਾਰਾਜ ਕਹਿੰਦੇ ਵੀ ਜਿਵੇਂ ਆਪਾਂ ਇਸ ਸੰਸਾਰ ਦੇ ਵਿੱਚ ਕਰਮ ਕਰਦੇ ਹਾਂ, ਕਰਮ ਕਰਦੇ ਹੋਏ ਸਾਡਾ ਇਹ ਤਨ ਮੈਲਾ ਹੋ ਜਾਂਦਾ। ਸਰੀਰ ਜਿਹੜਾ ਉਸਦੇ ਕੱਪੜਾ ਪਹਿਨਦੇ ਉਹ ਕੱਪੜਾ ਮੈਲਾ ਹੋ ਜਾਂਦਾ। ਹੁਣ ਇਹ ਤਨ ਨੂੰ ਤੇ ਕੱਪੜੇ ਨੂੰ ਅਸੀਂ ਧੋ ਲੈਂਦੇ ਸਾਬਣ ਤੇ ਪਾਣੀ ਦਾ ਇਸਤੇਮਾਲ ਕਰਕੇ, ਤੇ ਇਹਦੇ ਉਤੋਂ ਮੈਲ ਲੈ ਜਾਂਦੀ, ਤਨ ਤੋਂ ਵੀ ਲੈ ਜਾਂਦੀ ਤੇ ਕੱਪੜੇ ਤੋਂ ਵੀ ਲੈ ਜਾਂਦੀ। ਹੁਣ ਜਿਹੜੀ ਮੈਲ ਸਾਡੇ ਮਨ ਦੇ ਉੱਤੇ ਲੱਗਦੀ ਉਹ ਪਾਣੀ ਨਾਲ ਨਹੀਂ ਲੈਂਦੀ। ਉਹਦੇ ਵਾਸਤੇ ਕੋਈ ਸੰਸਾਰ ਦਾ ਸਾਬਣ ਨਹੀਂ ਬਣਿਆ ਜਿਹੜਾ ਸਾਡੇ ਮਨ ਨੂੰ ਧੋ ਦੇਵੇ। ਹੁਣ ਮਨ ਦੀ ਜਿਹੜੀ ਮੈਲ ਲੈਣੀ, ਉਹ ਲੈਣੀ ਨਾਮ ਦੁਆਰ। ਮਹਾਰਾਜ ਇਸ ਲਈ ਸਾਨੂੰ ਰੋਜ਼ ਸਮਝਾਉਂਦੇ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ, ਮੂਤ ਭਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਈ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਜਿਹੜਾ ਹੁਣ ਸਾਡਾ ਮਨ ਮੈਲਾ ਹੋ ਗਿਆ, ਇਹਨੇ ਗੁਰੂ ਦੀ ਮੱਤ ਦੁਆਰਾ ਧੋਤਾ ਜਾਣ। ਆਪਣੀ ਮੱਤ ਦੁਆਰਾ ਅਸੀਂ ਇਹਨੂੰ ਧੋ ਨਹੀਂ ਸਕਦੇ। ਅਸੀਂ ਹੋਰ ਮੈਲਾ ਤਾਂ ਕਰ ਲਾਂਗੇ, ਅਸੀਂ ਹੋਰ ਦੁਖੀ ਤਾਂ, ਅਸੀਂ ਹੋਰ ਅਸ਼ਾਂਤ ਤਾਂ ਹੋ ਜਾਵਾਂਗੇ, ਪਰ ਆਪਣੀ ਮੱਤ ਦੁਆਰਾ ਅਸੀਂ ਮਨ ਨੂੰ ਸ਼ੁੱਧ ਨਹੀਂ ਕਰ ਸਕਦੇ। ਸਾਡੇ ਮਨ ਦੀ ਮੈਲ ਨਹੀਂ ਉਤਰ ਸਕਦੀ। ਹੁਣ ਇਸੇ ਤਰ੍ਹਾਂ ਹੀ ਜੀਵ ਪੁਰਾਤਨ ਸਮਿਆਂ ਦੇ ਵਿੱਚ, ਪਿਛਲੇ ਯੁੱਗਾਂ ਦੇ ਵਿੱਚ, ਉਹ ਕਈ ਹਜ਼ਾਰਾਂ ਸਾਲ ਵੀ ਤਪ ਕਰਦੇ ਰਹਿੰਦੇ, ਫਿਰ ਵੀ ਉਹਨੂੰ ਮਨ ਦਾ ਭੇਤ ਨਾ ਹੁੰਦਾ ਵੀ ਮਨ ਕੀ ਹੈ, ਨਾਮ ਕੀ ਹੈ, ਕਿਵੇਂ ਮਨ ਨੂੰ ਧੋਣਾ, ਇਹਦਾ ਉਹਨਾਂ ਨੂੰ ਭੇਤ ਨਾ ਹੁੰਦਾ। ਕਲਯੁੱਗ ਦੇ ਸਮੇਂ ਦੇ ਵਿੱਚ ਹੁਣ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਇਹ ਬੜਾ ਖੁੱਲ੍ਹ ਕੇ ਭੇਜ ਦਿੱਤਾ ਮਨ ਦਾ, ਬਈ ਜੇ ਸਾਡਾ ਮਨ ਮੈਲਾ ਹੋ ਵੀ ਗਿਆ ਹੈ, ਜੇ ਇਹਦੇ 'ਤੇ ਮੈਲ ਚੜ੍ਹ ਗਈ, ਇੰਨਾ ਮੈਲਾ ਹੋ ਗਿਆ ਵੀ ਕਾਲਾ ਸ਼ਾਹ ਹੋ ਗਿਆ। ਇਹ ਕਾਲਾ ਹੋਇਆ ਵੀ ਉਜਲ ਹੋ ਸਕਦਾ, ਫਿਰ ਵੀ ਧੋਤਾ ਜਾ ਸਕਦਾ। ਜੋ ਮਹਾਰਾਜ ਸਾਨੂੰ ਦੱਸਦੇ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸ਼ਾਹੋ। ਬਈ ਇਹਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਤੇ ਕਾਲਾ ਸ਼ਾਹ ਹੋ ਗਿਆ। ਹੁਣ ਇਹ ਕਾਲਾ ਸ਼ਾਹ ਹੋਇਆ ਵੀ ਸਤਿਗੁਰੂ ਕਹਿੰਦੇ ਵੀ ਇਹ ਧੋਤਾ ਜਾ ਸਕਦਾ, ਇਹ ਸ਼ੁੱਧ ਹੋ ਸਕਦਾ ਜੇ ਅਸੀਂ ਗੁਰੂ ਦੀ ਮੱਤ ਲੈ ਲਈਏ। ਜੇ ਅਸੀਂ ਮਨ ਨੂੰ ਧੋਣ ਦਾ ਸਤਿਗੁਰਾਂ ਤੋਂ ਤਰੀਕਾ ਸਿੱਖ ਲਈਏ, ਜੁਗਤੀ ਸਿੱਖ ਲਈਏ। ਜੇ ਹੁਣ ਅਸੀਂ ਨਹੀਂ ਸਿੱਖਦੇ, ਫਿਰ ਅਸੀਂ ਆਪਦੀ ਮੱਤ ਦੁਆਰਾ ਜਿੰਨੇ ਮਰਜ਼ੀ ਜਪ ਤਪ ਕਰੀ ਜਾਈਏ, ਜਿੰਨੇ ਮਰਜ਼ੀ ਅਸੀਂ ਇਸ ਸਰੀਰ ਦੇ ਸੁੱਚ ਸੰਜਮ ਰੱਖੀ ਚੱਲੀਏ, ਜਦ ਤੱਕ ਸਾਨੂੰ ਇਹ ਜੁਗਤੀ ਨਹੀਂ ਆਉਂਦੀ ਮਨ ਨੂੰ ਧਵਾਉਣ ਦੀ, ਉਹਨਾਂ ਸਮਾਂ ਸਾਡਾ ਜਿਹੜਾ ਮਨ ਇਹ ਧੋਤਾ ਨਹੀਂ ਜਾਂਦਾ। ਇਸ ਲਈ ਮਹਾਰਾਜ ਫਰਮਾਉਂਦੇ, ਕਿਆ ਜਪ ਕਿਆ ਤਪ ਸੰਜਮ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਐ ਭਾਉ ਭਗਤ ਭਗਵਾਨ।
ਬਈ ਜਦ ਤੱਕ ਸਾਨੂੰ ਜੁਗਤੀ ਨਹੀਂ ਆਉਂਦੀ ਉਹਨਾਂ ਸਮਾਂ ਸਾਡਾ ਮਾਲਕ ਦੇ ਨਾਲ ਪਿਆਰ ਨਹੀਂ ਪੈਣਾ। ਸਾਨੂੰ ਭੇਦ ਨਹੀਂ ਆਉਣਾ ਵੀ ਸਾਡੇ ਮਨ ਨੂੰ ਕਿਹੜੀ ਮੈਲ ਲੱਗੀ ਅਤੇ ਕਿਵੇਂ ਅਸੀਂ ਇਹਨੂੰ ਧੋਣਾ। ਤਾਂ ਫਿਰ ਸਾਨੂੰ ਸਮਝਾਉਂਦੇ ਬਈ ਜੀਵ ਆਪਦੀ ਮੱਤ ਦੁਆਰਾ ਤਾਂ ਜੋ ਮਰਜ਼ੀ ਕਰੀ ਚੱਲੇ, ਜਿੰਨਾ ਮਰਜ਼ੀ ਇਹ ਪਿੰਡੇ ਨੂੰ ਧੋਈ ਚੱਲੇ, ਜਿੰਨਾ ਮਰਜ਼ੀ ਇਸ਼ਨਾਨ ਕਰੀ ਚੱਲੇ। ਸਤਿਗੁਰੂ ਕਹਿੰਦੇ ਸੋਚੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਵੀ ਜਿਹੜੇ ਸਿਰਫ ਇਹ ਪਿੰਡੇ ਨੂੰ ਹੀ ਧੋਂਦੇ। ਸੋਚੇ ਉਹ ਗੁਰਮੁਖ ਨੇ, ਉਹ ਮਨ ਸੋਚੇ ਨੇ ਜਿਹੜੇ ਮਨਾਂ ਦੇ ਅੰਦਰ ਸੱਚ ਵਸਤ, ਮਾਲਕ ਵਸਦਾ, ਨਾਮ ਵਸਦਾ। ਸਤਿਗੁਰੂ ਫਰਮਾਉਂਦੇ ਸੋਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ, ਸੋਚੇ ਸਈ ਨਾਨਕਾ ਜਨ ਮਨ ਵਸਿਆ ਸੋਈ। ਬਈ ਸੋਚੇ ਉਹ ਨਹੀਂ ਕਹੀ ਜਾਂਦੇ ਵੀ ਜਿਹੜੇ ਸਿਰਫ ਪਿੰਡੇ ਨੂੰ ਹੀ ਧੋਂਦੇ। ਸੋਚੇ ਉਹ ਗੁਰਮੁਖ ਨੇ ਜਿਨ੍ਹਾਂ ਦਾ ਮਨ ਸ਼ੁੱਧ ਹੋ ਗਿਆ, ਜਿਨ੍ਹਾਂ ਦਾ ਮਨ ਸੁੱਚਾ ਹੋ ਗਿਆ। ਹੁਣ ਸਾਨੂੰ ਕਿਵੇਂ ਪਤਾ ਲੱਗੇ ਬਈ ਸਾਡਾ ਮਨ ਸੁੱਚਾ ਹੈ ਕਿ ਜਾਂ ਸਾਡਾ ਮਨ ਝੂਠਾ ਹੈ? ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਤਾ ਲੱਗਣਾ ਸਾਡੀ ਭਾਸ਼ਾ ਤੋਂ। ਜਦੋਂ ਅਸੀਂ ਬੋਲਾਂਗੇ ਸਾਡੇ ਬੋਲਣ ਤੋਂ ਪਤਾ ਲੱਗਣਾ ਵੀ ਸਾਡਾ ਮਨ ਸੋਚਾ ਹੈ ਜਾਂ ਸਾਡਾ ਮਨ ਝੂਠਾ ਹੈ। ਜੇ ਤਾਂ ਸਾਡਾ ਮਨ ਝੂਠਾ ਹੈ, ਮੈਲ ਦੇ ਨਾਲ ਭਰਿਆ ਹੋਇਆ ਹੈ, ਜਦੋਂ ਅਸੀਂ ਬੋਲਾਂਗੇ ਅਸੀਂ ਫਿੱਕਾ ਹੀ ਬੋਲਾਂਗੇ, ਮਾੜਾ ਬੋਲਾਂਗੇ। ਅਸੀਂ ਦੌਦਾ ਦੀਆਂ ਗੱਲਾਂ ਕਰਾਂਗੇ, ਵੈਰ ਵਿਰੋਧ ਦੀਆਂ ਗੱਲਾਂ ਕਰਾਂਗੇ। ਤਾਈਆਂ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ ਵੀ ਉਹਦੇ ਮੁਖ ਦੇ ਵਿੱਚੋਂ ਦਰਗੰਧ ਆਉਂਦੀ। ਦਰਗੰਧ ਕਿਹਦੀ ਆਉਂਦੀ? ਦਰਗੰਧ ਆਉਂਦੀ ਉਹਦੇ ਵਿੱਚੋਂ ਨਿੰਦਿਆ ਚੁਗਲੀ ਦੀ, ਹਉਮੈ ਦੀ, ਹੰਕਾਰ ਦੀ, ਫਿੱਕਾ ਬੋਲਣ ਦੀ। ਉਹਦੇ ਮੁਖ ਦੇ ਵਿੱਚ ਦਰਗੰਧ, ਗੰਦਗੀ ਭਰੀ ਹੋਈ। ਸੋ ਇੱਥੋਂ ਫਿਰ ਸਾਨੂੰ ਪਤਾ ਲੱਗ ਜਾਂਦਾ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਦੇ, ਜੇ ਸਾਨੂੰ ਗਿਆਨ ਹੈ, ਜਦੋਂ ਜੀ ਬੋਲੇਗਾ ਉਦੋਂ ਹੀ ਪਤਾ ਲੱਗ ਜਾਵੇ ਵੀ ਇਹਦਾ ਮਨ ਸ਼ੁੱਧ ਹੈ ਕਿ ਜਾਂ ਨਹੀਂ ਸ਼ੁੱਧ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੋ ਇਹ ਗਿਆਨ ਹੈ, ਗੁਰਬਾਣੀ ਗੁਰੂ ਇੱਕ ਸਵੱਟੀ ਹੈ। ਅਸੀਂ ਪਰਖ ਕਰਨੀ ਇਹਦੇ ਵਿੱਚ ਆਪਣੇ ਆਪੇ ਦੀ। ਅਸੀਂ ਹੋਰ ਨਹੀਂ ਕਿਸੇ ਨੂੰ ਦੇਖਣਾ ਵੀ ਕਿਹਦਾ ਮਨ ਸੋਚਿਆ ਜਾਂ ਕਿਹਦਾ ਝੂਠਾ। ਅਸੀਂ ਸਿਰਫ ਆਪਣਾ ਆਪੇ ਨੂੰ ਦੇਖਣਾ। ਅਸੀਂ ਸਭ ਤੋਂ ਪਹਿਲਾਂ ਆਪਦਾ ਆਪਾ ਸਵਾਰਨਾ। ਜੇ ਅਸੀਂ ਆਪਣਾ ਆਪਾ ਸਵਾਰ ਲਾਂਗੇ ਅਤੇ ਅਸੀਂ ਮਾਲਕ ਦਾ ਰੂਪ ਹੋ ਜਾਵਾਂਗੇ, ਉਹਨੂੰ ਮਿਲ ਭਾਂਗੇ। ਮਹਾਰਾਜ ਫਰਮਾਉਂਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਬਈ ਅਸੀਂ ਆਪਣੇ ਆਪੇ ਨੂੰ ਸਵਾਰਨਾ ਅਤੇ ਪਰਖ ਕਰਨੀ ਆਪਣੇ ਆਪੇ ਦੀ। ਸਤਿਗੁਰੂ ਕਹਿੰਦੇ ਵੀ ਜਿਹੜਾ ਆਪਣੇ ਆਪੇ ਦੀ ਪਰਖ ਕਰਦਾ ਹੈ ਉਹ ਅਸਲ ਪਰਖ ਹੋਵੇ। ਉਹਨੂੰ ਅਸਲ ਵੈਦ ਕਹਿੰਦੇ ਵੀ ਜਿਹੜਾ ਰੋਗ ਅਤੇ ਰੋਗ ਦਾ ਦਾਰੂ ਦੋਵੇਂ ਬੁੱਝਦਾ, ਦੋਵੇਂ ਜਾਣਦਾ। ਸਤਿਗੁਰੂ ਫਰਮਾਉਂਦੇ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੂਝੇ ਤਾਂ ਵੈਦ ਸਜਾਣ। ਵੀ ਉਹ ਵੈਦ ਸਿਆਣਾ ਜਿਹਨੂੰ ਰੋਗ ਦਾ ਵੀ ਪਤਾ ਹੈ ਵੀ ਰੋਗ ਕੀ ਨੇ, ਅਤੇ ਜਿਹਨੂੰ ਇਹਨਾਂ ਰੋਗਾਂ ਦਾ ਦਾਰੂ ਵੀ ਪਤਾ ਵੀ ਦਾਰੂ ਕੀ ਹੈ। ਉਹਨੂੰ ਕਹਿੰਦੇ ਵੀ ਇਹ ਵੈਦ ਹੈ ਜਿਹੜਾ ਇਹ ਸਿਆਣਾ ਵੈਦ ਹੈ, ਇਹ ਸੁਝਾਣ ਹੈ। ਜਿਹਨੂੰ ਹੁਣ ਇਹ ਹੀ ਨਹੀਂ ਪਤਾ ਵੀ ਰੋਗ ਕੀ ਨੇ ਅਤੇ ਉਹਨੂੰ ਦਾਰੂ ਦਾ ਵੀ ਨਹੀਂ ਪਤਾ ਵੀ ਦਾਰੂ ਕੀ ਹੈ, ਉਹਨੂੰ ਕਹਿੰਦੇ ਮਨਮੁਖ, ਇਹ ਮੂਰਖ,
ਵੀ ਇਹਨੂੰ ਇਹੀ ਨਹੀਂ ਪਤਾ ਵੀ ਰੋਗ ਕੀ ਨੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹ ਸਾਡੇ ਮਨ ਨੂੰ ਰੋਗ ਲੱਗੇ ਨੇ, ਹਉਮੈ ਦਾ, ਹੰਕਾਰ ਦਾ, ਦੁਬਦਾ, ਈਰਖਾ, ਨਫ਼ਰਤ ਦਾ, ਇਹ ਸਾਰੇ ਸਾਡੇ ਮਨ ਨੂੰ ਇਹ ਰੋਗ ਚੁੰਬੜੇ ਹੋਏ ਨੇ। ਹੁਣ ਮਹਾਰਾਜ ਕਹਿੰਦੇ ਵੀ ਇਹਨਾਂ ਰੋਗਾਂ ਦਾ ਸਾਨੂੰ ਭੇਦ ਵੀ ਫੇਰ ਹੀ ਆਉਂਦਾ ਜਦੋਂ ਅਸੀਂ ਸੰਗਤ ਕਰਦੇ, ਨਹੀਂ ਤਾਂ ਜੀਵ ਇਹਨਾਂ ਰੋਗਾਂ ਨੂੰ ਹੋਰ ਵਧਾਈ ਜਾਂਦਾ। ਲੈਣਾ ਤਾਂ ਅਸੀਂ ਦਾਰੂ ਸੀ ਵੀ ਸਾਡੇ ਰੋਗ ਠੀਕ ਹੋਣ, ਪਰ ਉਲਟਾ ਜੀਵ ਹੋਰ ਇਹਨਾਂ ਰੋਗਾਂ ਨੂੰ ਵਧਾਉਂਦਾ ਹੈ, ਕਿਉਂਕਿ ਉਹ ਖੁਰਾਕ ਹੀ ਉਹ ਲੈਂਦਾ ਹੈ ਵੀ ਜਿਹੜੀ ਰੋਗ ਨੂੰ ਹੋਰ ਵਧਾਵੇ। ਜਿਵੇਂ ਹੁਣ ਆਪਾਂ ਸਰੀਰ ਕਰਕੇ ਦੇਖਦੇ ਹਾਂ ਵੀ ਆਪਣੇ ਸਰੀਰ ਨੂੰ ਕੋਈ ਰੋਗ ਲੱਗ ਜੇ, ਆਪਾਂ ਡਾਕਟਰਾਂ ਪਾਸ ਜਾਂਦੇ ਹਾਂ ਅਤੇ ਉਹ ਆਪਾਂ ਨੂੰ ਪਰਹੇਜ਼ ਦੱਸਦੇ ਵੀ ਆਹ ਤੁਹਾਨੂੰ ਰੋਗ ਲੱਗਿਆ, ਇਹ ਤੋਂ ਤੁਸੀਂ ਆਹ ਪਰਹੇਜ਼ ਰੱਖਣੇ ਨੇ। ਜੇ ਤੁਸੀਂ ਇਹ ਪਰਹੇਜ਼ ਰੱਖੋਗੇ ਤਾਂ ਤੁਹਾਡਾ ਰੋਗ ਠੀਕ ਵੀ ਹੋ ਜੇ, ਨਾਲ ਨਾਲ ਦਵਾਈ ਵੀ ਲੈਣੀ ਹੈ ਅਤੇ ਨਾਲ ਨਾਲ ਪਰਹੇਜ਼ ਵੀ ਰੱਖਣੇ। ਜੇ ਹੁਣ ਅਸੀਂ ਦਵਾਈ ਵੀ ਨਾ ਲਈਏ ਅਤੇ ਪਰਹੇਜ਼ ਵੀ ਨਾ ਰੱਖੀਏ ਅਤੇ ਉਹ ਤਾਂ ਰੋਗ ਹੋਰ ਵਧੇਗਾ ਹੀ। ਔਰ ਇਸੇ ਤਰ੍ਹਾਂ ਹੀ ਜਦ ਤੱਕ ਜੀਵ ਸੰਗਤ ਨਹੀਂ ਕਰਦਾ, ਉਹਨੂੰ ਨਹੀਂ ਪਤਾ ਵੀ ਇਹ ਮੈਨੂੰ ਰੋਗ ਲੱਗੇ, ਉਹ ਰੋਗਾਂ ਨੂੰ ਹੋਰ ਬੜਾਵਾ ਦੇ ਰਿਹਾ, ਉਹ ਹੋਰ ਵੈਰ ਵਿਰੋਧ ਕਰ ਕਰਕੇ, ਹੋਰ ਨਿੰਦਿਆ ਕਰ ਕਰਕੇ ਦੂਸਰੇ ਦੀ, ਉਹ ਰੋਗ ਹੋਰ ਵਧੀ ਜਾ ਰਹੇ ਨੇ। ਹੋਰ ਰੋਗ ਭਿਆਨਕ ਅਤੇ ਹੋਰ ਘਾਤਕ ਹੁੰਦੇ ਜਾਂਦੇ। ਜਿਉਂ ਜਿਹਾ ਰੋਗ ਪੁਰਾਣਾ ਹੁੰਦਾ ਜਾਏਗਾ ਅਤੇ ਉਹਦੇ ਉਹ ਹੋਰ ਜ਼ਿਆਦਾ ਘਾਤਕ ਹੁੰਦਾ ਜਾਏਗਾ। ਹੁਣ ਇਸੇ ਤਰ੍ਹਾਂ ਹੀ ਜਿਉਂ ਜਿਉਂ ਜੀਵ ਦੀ ਉਮਰ ਵੱਧਦੀ ਹੈ, ਜੇ ਉਹਦਾ ਮਾਰਗ ਠੀਕ ਨਹੀਂ, ਜੇ ਉਹ ਗੁਰੂ ਦੀ ਮੱਤ ਲੈ ਕੇ ਨਹੀਂ ਚੱਲ ਰਿਹਾ, ਉਹਦੇ ਮਨ ਦੇ ਰੋਗ ਹੋਰ ਵੱਧਦੇ ਜਾਣਗੇ। ਜਿਵੇਂ ਆਪਾਂ ਤਨ ਦਾ ਦੇਖਦੇ ਹਾਂ ਨਾ ਵੀ ਜਿਉਂ ਜਿਉਂ ਜੀਵ ਬਜ਼ੁਰਗ ਹੁੰਦਾ ਹੈ ਅਤੇ ਉਹਦੇ ਤਨ ਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ, ਰੋਗ ਵੱਧਦੇ ਜਾਂਦੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਨ ਨੂੰ ਦਾਰੂ ਨਹੀਂ ਲੈਂਦੇ, ਨਹੀਂ ਸੰਗਤ ਕਰਦੇ, ਨਹੀਂ ਸਿਮਰਨ ਕਰਦੇ, ਉਹ ਮਨ ਦਿਨ ਪ੍ਰਤੀ ਦਿਨ ਅੱਗੇ ਦੀ ਅੱਗੇ ਹੋਰ ਰੋਗ ਉਹਦੇ ਵੱਧਦੇ ਜਾਂਦੇ, ਉਹ ਹੋਰ ਦੁਖੀ, ਹੋਰ ਅਸ਼ਾਂਤ ਹੁੰਦਾ ਜਾਂਦਾ। ਸੋ ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਜਦੋਂ ਅਸੀਂ ਸਤਿਗੁਰਾਂ ਦੇ ਸਕੂਲ 'ਚ ਆਵਾਂਗੇ, ਫਿਰ ਸਾਨੂੰ ਇਹ ਭੇਤ ਆਉਣਾ, ਫਿਰ ਸਾਨੂੰ ਪਤਾ ਲੱਗਣਾ ਬਈ ਸਾਡਾ ਜਿਹੜਾ ਮਨ ਹੈ ਇਹ ਰੋਗੀ ਹੋ ਗਿਆ ਅਤੇ ਕਿਵੇਂ ਹੁਣ ਇਹ ਰੋਗੀ ਹੋਏ ਮਨ ਨੇ ਠੀਕ ਹੋਣਾ। ਸਤਿਗੁਰੂ ਕਹਿੰਦੇ ਵੀ ਜਿਹਨੂੰ ਵੀ ਦੇਖਦੇ ਮਨ ਨੂੰ ਉਹੀਓ ਰੋਗੀ ਨਜ਼ਰ ਆਉਂਦਾ। ਸਿਰਫ ਇੱਕ ਸਤਿਗੁਰੂ ਜੋਗੀ ਜਿਹੜਾ ਰੋਗ ਤੋਂ ਰਹਿਤ, ਫਰਮਾਉਂਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਬਈ ਜਿਹਨੂੰ ਵੀ ਦੇਖਦੇ ਹਾਂ ਉਹੀਓ ਮਨ ਰੋਗੀ ਹੈ। ਹੁਣ ਸਤਿਗੁਰੂ ਕਹਿੰਦੇ ਵੀ ਇੱਕ ਐਸਾ ਰੋਗ ਹੈ ਜਿਹੜਾ ਸਾਰੇ ਸੰਸਾਰ ਨੂੰ ਲੱਗਿਆ ਹੋਇਆ। ਜਿੰਨੇ ਵੀ 84 ਲੱਖ ਜੂਨ ਨੇ ਉਹਨਾਂ ਨੂੰ ਵੀ ਲੱਗਿਆ, ਆਪਾਂ ਮਾਨਸ ਜਾਮੇ 'ਚ ਆ ਗਏ, ਆਪਾਂ ਨੂੰ ਵੀ ਲੱਗਿਆ। ਹੁਣ ਉਹ ਕਿਹੜਾ ਰੋਗ ਹੈ? ਸਤਿਗੁਰੂ ਕਹਿੰਦੇ ਉਹ ਰੋਗ ਹੈ ਹੇਤ। ਹੇਤ ਕਹਿੰਦੇ ਮੋਹ। ਮੋਹ ਦਾ ਜਿਹੜਾ ਰੋਗ ਉਹ ਸਭ ਨੂੰ ਲੱਗਿਆ, ਜਿੰਨੇ ਪਸ਼ੂ ਪੰਛੀ ਜੀਵ ਜੰਤੂ ਸਭ ਦੇ ਅੰਦਰ। ਇਸ ਪਰਥਾਏ ਮਹਾਰਾਜ ਫਰਮਾਉਂਦੇ ਹੇਤ ਰੋਗ ਕਾ ਸਗਲ ਸੰਸਾਰਾ। ਬਈ ਇਹ ਹੇਤ ਜਿਹੜਾ ਰੋਗ
ਇਹ ਰੋਗ ਸਾਰੇ ਸੰਸਾਰ ਨੂੰ ਲੱਗਿਆ ਹੋਇਆ, ਸਾਰੇ ਜੀਵਾਂ ਨੂੰ ਲੱਗਿਆ ਹੋਇਆ। ਹੁਣ ਜਦੋਂ ਆਪਾਂ ਇਹ ਸੰਸਾਰ ਦੇ ਵਿੱਚ ਆਉਂਦੇ, ਬੱਚਾ ਪ੍ਰਵੇਸ਼ ਹੁੰਦਾ, ਸਭ ਤੋਂ ਪਹਿਲਾਂ ਸਾਨੂੰ ਇਹ ਹੇਤ ਲਗਤ, ਸਭ ਤੋਂ ਪਹਿਲਾਂ ਮੋਹ ਹੈ ਜਿਹੜਾ, ਇਹ ਮੋਹ ਸਾਡੇ ਗਲ ਦੇ ਵਿੱਚ ਫਾਸੀ ਬਣ ਕੇ, ਫੰਦਾ ਬਣ ਕੇ ਪੈ ਜਾਂਦਾ। ਮਹਾਰਾਜ ਫਰਮਾਉਂਦੇ, ਪਹਿਲੇ ਪਿਆਰ ਲਗਾ ਥਣ ਦੁੱਧ, ਵੀ ਜਿਉਂ ਹੀ ਅਸੀਂ ਇਹ ਸੰਸਾਰ 'ਚ ਆਏ, ਮਾਂ ਦੇ ਦੁੱਧ ਨਾਲ ਪਿਆਰ ਪਾ ਲਏ। ਪਿਆਰ ਨੂੰ ਹੀ ਮੋਹ ਕਹਿੰਦੇ, ਹੇਤ। ਹੁਣ ਸਭ ਤੋਂ ਪਹਿਲਾਂ ਇਹ ਸਾਨੂੰ ਮੋਹ ਲੱਗਿਆ, ਤਾਂਹੀਓ ਮਹਾਰਾਜ ਸਮਝਾਉਂਦੇ, ਮੂਲ ਮੋਹ ਕਰਤੇ ਜਗਤ ਪਾਇਆ। ਵੀ ਇਹ ਜਗਤ ਦੇ ਵਿੱਚ ਸਭ ਤੋਂ ਪਹਿਲਾਂ ਆਏ ਤੇ ਇਹ ਮੋਹ ਸੀ ਜਿਹੜਾ, ਇਹ ਸਾਨੂੰ ਲੱਗ ਗਿਆ। ਹੁਣ ਇਹ ਮੋਹ ਹੀ ਸਾਡੇ ਗਲ ਦੇ ਵਿੱਚ ਫਾਸੀ ਬਣ ਕੇ ਪੈ ਜਾਂਦਾ। ਇਹ ਮੋਹ ਨੂੰ ਸਿਲਕ ਕਹਿੰਦੇ, ਜਿਵੇਂ ਸਿਲਕ ਦੀ ਰੱਸੀ ਹੁੰਦੀ, ਉਵੇਂ ਸਾਡੇ ਮਨਾਂ ਦੇ ਗਲਾਂ ਦੇ ਵਿੱਚ ਪਿਆ ਹੋਇਆ। ਮਹਾਰਾਜ ਕਹਿੰਦੇ, ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤਰੀਖਣ ਮੋਹ ਕੀ ਫਾਸ। ਵੀ ਇਹ ਮੋਹ ਦੀ ਜਿਹੜੀ ਫਾਹੀ ਹੈ, ਇਹ ਅਤ ਦੀ ਤਿੱਖੀ ਹੈ। ਜਿਉਂ ਜਿਉਂ ਸਾਡਾ ਇਧਰ ਸੰਸਾਰ 'ਚ ਦਾਇਰਾ ਵੱਧਦਾ, ਤਿਉਂ ਉਹ ਰੱਸੀ ਹੋਰ ਟੈਟ ਹੁੰਦੀ ਜਾਂਦੀ। ਜਿਵੇਂ ਪਹਿਲਾਂ ਇਕੱਲਾ ਹੁੰਦਾ ਜੀਵ, ਫਿਰ ਵਿਆਹਿਆ ਜਾਂਦਾ, ਉਹ ਤੰਦੀ ਹੋਰ ਵੱਧ ਜਾਂਦੀ, ਫਿਰ ਬੱਚੇ ਹੋ ਜਾਂਦੇ, ਹੋਰ ਵੱਧ ਜਾਂਦੀ ਅੱਗੇ, ਫਿਰ ਉਹਨਾਂ ਬੱਚਿਆਂ ਦੇ ਗਾਂ ਬੱਚੇ ਹੋ ਜਾਂਦੇ, ਹੋਰ ਵੱਧ ਜਾਂਦੇ। ਉਹ ਇਸ ਤਰ੍ਹਾਂ ਗਾਂਹ ਦੀ ਗਾਂਹ ਫਾਹੀ ਤੇ ਫਾਹੀ ਗਾਂਹ ਦੀ ਗਾਂਹ ਪੈਂਦੀ ਜਾਂਦੀ ਹੋਰ। ਹੁਣ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਹੇਤ ਹੈ, ਇਹ ਸਭ ਤੋਂ ਪਹਿਲਾਂ ਲੱਗਦਾ ਸਾਡੇ ਮਨ ਨੂੰ, ਤੇ ਸਭ ਤੋਂ ਬਾਅਦ 'ਚੋਂ ਜਾਂਦਾ। ਇਹ ਮੋਹ ਇਹਨਾਂ ਪੰਜਾਂ 'ਚੋਂ, ਕਾਮ ਕ੍ਰੋਧ ਲੋਭ ਮੋਹ, ਜਿਹੜੇ ਹੰਕਾਰ ਨੇ, ਇਹ ਸਭ ਤੋਂ ਵੱਧ ਜਿਹੜਾ ਖਤਰਨਾਕ, ਸਭ ਤੋਂ ਵੱਧ ਜਿਹਦੇ 'ਚ ਤਾਕਤ ਹੈ, ਉਹ ਇਹ ਮੋਹ ਹੈ। ਹੁਣ ਇਹ ਮੋਹ ਸਾਨੂੰ ਲੱਗਦਾ ਵੀ ਬੜਾ ਮਿੱਠਾ, ਬੜਾ ਪਿਆਰਾ ਲੱਗਦਾ ਹੈ। ਇਸ ਵਾਸਤੇ ਇਹਨੂੰ ਜੀਵ ਛੱਡਣਾ ਵੀ ਨਹੀਂ ਚਾਹੁੰਦਾ। ਤਾਂ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਮੋਹ ਕਰਕੇ ਹੀ ਅਸੀਂ ਅੱਗੇ ਦੁਖੀ ਹੁੰਦੇ। ਸਾਡੇ ਦੁੱਖ ਦਾ ਕਾਰਨ ਕੀ ਹੈ? ਜਿਹਦੇ ਨਾਲ ਅਸੀਂ ਮੋਹ ਕਰਦੇ ਹਾਂ। ਜੇ ਉਹਨੂੰ ਕੋਈ ਦੁੱਖ ਤਕਲੀਫ ਹੁੰਦੀ, ਅਸੀਂ ਦੁਖੀ ਹੋ ਜਾਂਦੇ। ਜੇ ਉਹ ਸਾਤੋਂ ਦੂਰ ਜਾਂਦਾ, ਅਸੀਂ ਤਾਂ ਦੁਖੀ ਹੋ ਜਾਣ, ਕਿਉਂਕਿ ਉਹਦੇ ਨਾਲ ਸਾਡਾ ਮੋਹ ਹੈ। ਅਸੀਂ ਪਿਆਰ ਪਾਇਆ ਹੋਇਆ। ਪਿਆਰ ਵੀ ਕਿਹਦੇ ਨਾਲ ਪਾਇਆ? ਇਹ ਬਾਹਰੀ ਸਰੀਰ ਦੇ ਨਾਲ, ਜਿਹੜਾ ਅੰਦਰ ਵੱਸਦਾ, ਉਹਦੇ ਨਾਲ ਨਹੀਂ ਪਾਇਆ। ਸਿਰਫ ਇਹ ਜਿਹੜੀ ਬਾਹਰੀ ਦੀਵਾਰ ਹੈ, ਇਹ ਸਰੀਰ ਇਹਦੇ ਨਾਲ ਪਾਇਆ ਹੋਇਆ। ਇਹਨੂੰ ਮਾਇਆ ਕਹਿੰਦੇ, ਝੂਠਾ ਮਿਥਿਆ ਹੋਇਆ। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਵੀ ਜਦੋਂ ਅਸੀਂ ਸਿਰਫ ਸਰੀਰ ਦੇ ਨਾਲ ਪਿਆਰ ਕਰਦੇ ਹਾਂ, ਉਦੋਂ ਕਹਿੰਦੇ ਦੂਜੇ ਨਾਲ ਕਰਦੇ। ਦੂਜਾ ਕੀ ਹੈ? ਮਾਇਆ। ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਦੂਜੇ ਦਾ ਪਿਆਰ, ਦੂਜੇ ਨਾਲ ਸਾਡਾ ਲਾਇਆ ਹੋਇਆ ਹੇਤ, ਉਹਦੇ ਨਾਲ ਫਿਰ ਅਸੀਂ ਦੁਖੀ ਹੁੰਦੇ। ਸੰਸਾਰ ਦੇ ਵਿੱਚੋਂ ਜਿਵੇਂ ਆਪਾਂ ਦੇਖਦੇ ਕੋਈ ਜੀਵ ਜਾਂਦਾ, ਕਿੰਨੇ ਜਾ ਰਹੇ। ਹੁਣ ਜਦੋਂ ਕੋਈ ਹੋਰ ਜਾਂਦੇ, ਉਦੋਂ ਆਪਾਂ ਨੂੰ ਇੰਨਾ ਦੁੱਖ ਨਹੀਂ ਹੁੰਦਾ। ਜਿਹਦੇ ਨਾਲ ਆਪਾਂ ਹੇਤ ਲਾਇਆ, ਜਦੋਂ ਉਹ ਜਾਂਦਾ, ਉਦੋਂ ਆਪਾਂ ਰੋਂਦੇ ਹਾਂ। ਉਦੋਂ ਆਪਣਾ ਮਨ ਜਿਹੜਾ ਹੈ ਵਿਰਾਗੀ ਹੋ ਜਾਂਦਾ ਵੀ ਸਾਡਾ ਚਲਿਆ ਗਿਆ। ਹੁਣ ਮਹਾਰਾਜ ਫਿਰ ਆਪਾਂ ਨੂੰ ਇਹੀਓ ਸਮਝਾਉਂਦੇ ਬਈ ਜੇ ਹੁਣ ਅਸੀਂ ਇਹ ਖੇਲ ਨੂੰ ਸਮਝ ਲਈਏ ਵੀ ਇੱਥੇ ਕੋਈ ਵੀ ਜੀਵ ਜਿਹੜਾ ਉਹ ਸਦਾ ਇੱਥੇ ਰਹਿਣ ਵਾਲਾ ਨਹੀਂ। ਇਹ ਸਰੀਰ ਹੈ ਜਿਹੜਾ, ਇਹ ਮਿਥਿਆ ਹੋਇਆ। ਮਿਥਿਆ ਹੁੰਦਾ ਵੀ
ਜਿਹੜੀ ਚੀਜ਼ ਸਦਾ ਨਹੀਂ ਰਹਿਣ ਵਾਲੀ ਉਹਨੂੰ ਕਹਿੰਦੇ ਵੀ ਇਹ ਮਿਥੀ ਹੈ, ਵੀ ਇਹਨੇ ਖਤਮ ਹੋ ਜਾਣਾ, ਮਿਥੀ ਨੇ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਤਨ ਨੂੰ ਮਿਥਿਆ ਸਮਝੋ, ਜਿਹੜਾ ਇਹਦੇ ਅੰਦਰ ਵਸਦਾ ਰਾਮ ਮਾਲਕ ਉਹਦੀ ਪਹਿਚਾਣ ਕਰੋ। ਮਾਰੇ ਫਰਮਾਉਂਦੇ ਸਾਧੋ ਇਹ ਤਨ ਮਿਥਿਆ ਜਾਨੋ, ਜਾ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਹਿਚਾਣੋ। ਆਪਾਂ ਨੂੰ ਤਾਂ ਹੁਣ ਦੱਸ ਦਿੱਤਾ ਗੁਰੂ ਸਾਹਿਬ ਨੇ ਵੀ ਇਹਦੇ ਅੰਦਰ ਰਾਮ ਵਸਦਾ, ਮਾਲਕ ਵਸਦਾ, ਵੀ ਇਹ ਸਰੀਰ ਹੈ ਜਿਹੜਾ ਇਹਨੂੰ ਨਾਸਵਾਨ ਸਮਝੋ, ਇਹਨੂੰ ਮਿਥਿਆ ਸਮਝੋ, ਤੇ ਜਿਹੜਾ ਅੰਦਰ ਵਸਦਾ ਉਹਦੀ ਪਹਿਚਾਣ ਕਰੋ। ਹੁਣ ਜੇ ਤਾਂ ਅਸੀਂ ਅੰਦਰਲੇ ਦੀ ਪਹਿਚਾਣ ਕਰ ਲਾਂਗੇ ਫਿਰ ਸਾਨੂੰ ਦੁੱਖ ਨਹੀਂ ਹੋਏਗਾ। ਫਿਰ ਸਾਡਾ ਜਿਹੜਾ ਪਿਆਰ ਉਹ ਆਤਮਿਕ ਪਿਆਰ ਬਣ ਜਾਂਦੇ, ਉਹ ਅੰਦਰ ਮਾਲਕ ਦੇ ਨਾਲ, ਤੇ ਮਾਲਕ ਸਾਨੂੰ ਕਦੇ ਛੱਡ ਕੇ ਜਾਂਦਾ ਨਹੀਂ, ਉਹ ਸਾਤੋਂ ਕਦੇ ਦੂਰ ਹੁੰਦਾ ਨਹੀਂ। ਤੇ ਜਦੋਂ ਦੂਰ ਨਹੀਂ ਹੋਏਗਾ ਸਾਨੂੰ ਦੁੱਖ ਨਹੀਂ ਹੋਏਗਾ। ਦੁੱਖ ਉਦੋਂ ਜਦੋਂ ਦੂਰ ਹੁੰਦੇ, ਜਦੋਂ ਛੱਡ ਕੇ ਜਾਂਦੇ ਇੱਕ ਦੂਸਰੇ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜੇ ਅਸੀਂ ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾ ਲਈਏ, ਉਹੀਓ ਜਿਹੜਾ ਹੇਤ ਅਸੀਂ ਇਹ ਜਗਤ ਦੇ ਨਾਲ ਲਾਇਆ, ਮਾਇਆ ਦੇ ਨਾਲ ਲਾਇਆ, ਉਹੀਓ ਪ੍ਰੀਤ, ਉਹੀਓ ਪਿਆਰ ਸਾਡਾ ਮਾਲਕ ਨਾ ਪੈ ਜੇ, ਵਾਹਿਗੁਰੂ ਨਾ ਪੈ ਜੇ, ਉਹ ਸਾਨੂੰ ਕਦੇ ਛੱਡ ਕੇ ਨਹੀਂ ਜਾਏਗਾ, ਸਾਤੋਂ ਪਾਸੇ ਨਹੀਂ ਹੋਏਗਾ। ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸੰਸਾਰ ਦੀ ਜਿਹੜੀ ਪ੍ਰੀਤ ਇਹ ਝੂਠੀ ਹੈ, ਕਿਉਂਕਿ ਇੱਥੇ ਜੀਵ ਇੱਕ ਦੂਸਰੇ ਦੇ ਨਾਲ ਆਪੋ ਆਪਣੇ ਸਵਾਰਥ ਕਰਕੇ ਜੁੜੇ ਹੋਏ ਨੇ। ਉੱਦਾਂ ਆਤਮਿਕ ਤੌਰ 'ਤੇ ਪਿਆਰ ਨਹੀਂ ਕਰਦੇ ਅੰਦਰਲੇ ਨਾਲ, ਸਿਰਫ ਬਾਹਰੀ ਸਵਾਰਥ ਕਰਕੇ ਵੀ ਸੰਸਾਰ ਦਾ ਕਾਰਜ ਤੋਂ ਸਵਰਦਾ ਹੈ ਤੇ ਸਾਡਾ ਪਿਆਰ ਹੈ ਜੀ। ਜਦੋਂ ਦੇਖਦੇ ਵੀ ਸਾਡੇ ਕੰਮ ਦਾ ਨਹੀਂ ਰਿਹਾ, ਉਦੋਂ ਹੀ ਉਹਦੇ ਖਿਲਾਫ ਹੋ ਜਾਂਦੇ, ਉਹਦੇ ਹੀ ਉਲਟ ਹੋ ਜਾਂਦੀ, ਉਹਨੇ ਹੀ ਮਾੜੇ ਬਚਨ, ਉਹਨੇ ਫਿੱਕਾ ਬੋਲਣਾ ਸ਼ੁਰੂ ਕਰ ਦੇਣਗੇ। ਤਾਂ ਮਾਰੇ ਫਰਮਾਉਂਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਬਈ ਇੱਥੇ ਜੀਵ ਆਪੋ ਆਪਣੇ ਸੁੱਖਾਂ ਕਰਕੇ ਇੱਕ ਦੂਸਰੇ ਨਾਲ ਬੱਝੇ ਹੋਏ, ਝੂਠੀ ਮਾਇਆ ਦੇ ਵਿੱਚ, ਝੂਠੇ ਹੇਤ ਦੇ ਵਿੱਚ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਮਨ ਨੂੰ ਵੀ ਤੂੰ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਾ, ਜਾਣ ਲੈ ਵੀ ਇੱਥੋਂ ਤੇਰਾ ਅੱਗੇ ਕਿਸੇ ਨੇ ਸਾਥ ਨਹੀਂ ਦੇਣਾ। ਇੱਥੇ ਕੋਈ ਐਸਾ ਸੰਗੀ ਸਾਥੀ ਅਸੀਂ ਦੇਖਿਆ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸਾਡੇ ਨਾਲ ਅੱਗੇ ਜਾਵੇ, ਜਿਹੜਾ ਔਖੀ ਘੜੀ ਵਿੱਚ ਸਾਡਾ ਸਾਥ ਦੇਵੇ। ਮਹਾਰਾਜ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇਹ ਜਗ ਦੇ ਵਿੱਚ ਅਸੀਂ ਕੋਈ ਐਸਾ ਮੀਤ ਦੇਖਿਆ ਨਹੀਂ ਹੈ ਜਿਹੜਾ ਔਖੀ ਘੜੀ ਮੁਸੀਬਤ ਦੇ ਵਿੱਚ ਸਾਡਾ ਸਾਥ ਦੇਵੇ। ਹੁਣ ਮੁਸੀਬਤ ਸਾਡੇ 'ਤੇ ਕਦੋਂ ਪੈਂਦੀ? ਜਦੋਂ ਅਸੀਂ ਨਿਰਧਨ ਹੋ ਜਾਣ। ਨਿਰਧਨ ਕਹਿੰਦੇ ਵੀ ਇਹ ਜਿਹੜੇ ਸਾਡੇ ਸਵਾਸ ਚੱਲਦੇ, ਸਾਡੇ ਕੋਲ ਸਵਾਸਾਂ ਦਾ ਧਨ ਹੈ। ਜਦ ਤੱਕ ਤਾਂ ਸਾਡੇ ਸਵਾਸ ਚੱਲਦੇ ਸਾਡੇ ਕੋਲ ਧਨ ਹੈਗਾ। ਜਦੋਂ ਸਵਾਸ ਖਤਮ ਹੋ ਗਏ ਕਹਿੰਦੇ ਨਿਰਧਨ ਹੋ ਗਏ, ਵੀ ਇਹਦਾ ਜਿਹੜਾ ਧਨ ਸੀ ਉਹ ਖਤਮ ਹੋ ਗਿਆ। ਸਤਿਗੁਰੂ ਕਹਿੰਦੇ ਵੀ ਜਦ ਤੱਕ ਤਾਂ ਜੀਵ ਦੇ ਪਾਸ ਸਵਾਸ ਨਹੀਂ, ਉਹਨਾਂ ਸਮਾਂ ਤਾਂ ਚਲੋ ਕੋਲੇ ਬੈਠ ਜਾਣਗੇ। ਜਦੋਂ ਦੇਖਿਆ ਨਿਰਧਨ ਹੋ ਗਏ, ਸਾਰੇ ਸਾਥ ਛੱਡ ਕੇ ਪਾਸੇ ਭੱਜ ਜਾਂਦੇ।
ਚਾਹੇ ਉਹ ਪਰਿਵਾਰ ਦੇ ਵਿੱਚ ਚਾਹੇ ਬੱਚੇ ਨੇ, ਚਾਹੇ ਮਾਂ ਪਿਓ ਨੇ, ਚਾਹੇ ਘਰ ਵਾਲੀ ਹੈ, ਚਾਹੇ ਰਿਸ਼ਤੇਦਾਰ ਨੇ, ਚਾਹੇ ਸੱਜਣ ਮਿੱਤਰ ਨੇ। ਮਹਾਰਾਜ ਕਹਿੰਦੇ ਓਨਾ ਸਮਾਂ ਹੀ ਹੈ ਜਿੰਨਾ ਸਮਾਂ ਸਾਡੇ ਸਾਹ ਚੱਲਦੇ, ਤੇ ਸਾਡੇ ਤੇ ਮੁਸੀਬਤ ਉਦੋਂ ਪੈਣੀ ਜਦੋਂ ਸਾਹ ਖਤਮ ਹੋ ਗਈ। ਉਦੋਂ ਕਹਿੰਦੇ ਔਖੀ ਘੜੀ ਆ ਗਈ। ਉਦੋਂ ਕਹਿੰਦੇ ਵੀ ਹੁਣ ਇਹਦਾ ਪਤਾ ਲੱਗਣਾ ਵੀ ਕਿੱਡਾ ਕਿ ਸ਼ਾਹ ਪਾਤਸ਼ਾਹ ਜਿਸੋਂ ਦੀ ਮਨ ਨੂੰ ਅੱਗੇ ਲੰਘਾਇਆ ਜਾਂਦਾ ਹੈ ਭਵ ਸਾਗਰ ਦੇ ਵਿੱਚ ਦੀ। ਉਹ ਭਵ ਸਾਗਰ ਐਡਾ ਵੱਡਾ ਹੈ ਜਿਹਦੇ ਵਿੱਚ ਹਾਹਾਕਾਰ ਮੱਚੀ ਹੋਈ, ਕਲਾਟਾਂ ਚੀਕਾਂ ਪੈ ਰਹੀਆਂ। ਮਨ ਮੁਖਾਂ ਨੂੰ ਅਗਨ ਦੇ ਵਿੱਚ ਸਾੜਿਆ ਜਾ ਰਿਹਾ, ਪਾਣੀ ਦੇ ਵਿੱਚ ਵਾਲਿਆ ਜਾ ਰਿਹਾ। ਇੰਨੀ ਕੁੱਟ, ਇੰਨੀ ਤਸ਼ੱਦਦ ਹੁੰਦੀ ਵੀ ਕੋਈ ਉਹਨਾਂ ਨੂੰ ਛਡਾਉਣ ਵਾਲਾ ਨਹੀਂ ਉੱਥੇ। ਹੁਣ ਉੱਥੇ ਮਹਾਰਾਜ ਕਹਿੰਦੇ ਇਹਦਾ ਪਤਾ ਲੱਗਣਾ ਹੁਣ ਵੀ ਕਿੱਡਾ ਕਿ ਸ਼ਾਹ ਪਾਤਸ਼ਾਹ ਜਿੱਥੋਂ ਦੀ ਇਹਨੂੰ ਲੰਘਣਾ ਭਵ ਸਾਗਰ ਦੇ ਵਿੱਚ ਦੀ, ਉਹ ਐਡਾ ਵੱਡਾ ਵੀ ਜਿਹਦਾ ਕੋਈ ਕੰਧੀ ਕਿਨਾਰਾ ਨਜ਼ਰ ਹੀ ਨਹੀਂ ਆਉਂਦਾ, ਕੁੱਟਦੇ ਹੀ ਲੈ ਕੇ ਜਾਂਦੇ। ਮਹਾਰਾਜ ਕਹਿੰਦੇ ਜਿੱਥੇ ਸ਼ਾਇਰ ਲੰਘਣਾ ਅਗਨ ਪਾਣੀ ਅਸ ਗਾਓ, ਕੰਧੀ ਦਿਸ ਨਾ ਆਵਈ ਧਾਈ ਪਏ ਕਹਾਓ, ਨਾਨਕ ਉੱਥੇ ਜਾਣੀਏ ਸ਼ਾਹ ਕਈ ਪਾਤਸ਼ਾਹ। ਮਹਾਰਾਜ ਕਹਿੰਦੇ ਵੀ ਜਿੱਥੋਂ ਦੀ ਉਹ ਸ਼ਾਇਰ ਕਹਿੰਦੇ ਵੀ ਸਮੁੰਦਰ ਅੱਗ ਦਾ ਭਰਿਆ ਹੋਇਆ ਭਵ ਸਾਗਰ, ਜਿੱਥੋਂ ਦੀ ਲਗਾਇਆ ਜਾਣਾ ਉਹਦਾ ਕੋਈ ਕੰਧੀ ਕਿਨਾਰਾ ਨਹੀਂ ਨਜ਼ਰ ਆਉਂਦਾ, ਐਡਾ ਵੱਡਾ ਹੈ। ਤੇ ਮਹਾਰਾਜ ਕਹਿੰਦੇ ਵੀ ਉੱਥੇ ਪਤਾ ਲੱਗਦਾ ਵੀ ਇਹ ਕਿੱਡਾ ਕੁ ਸ਼ਾਹ ਕੇ ਪਾਤਸ਼ਾਹ ਕੀ ਹੈ। ਕਿਉਂਕਿ ਇੱਧਰ ਸੰਸਾਰ ਦੇ ਵਿੱਚ ਤਾਂ ਮਾਇਆ ਦੇ ਨਾਲ ਜੁੜਿਆ ਰਿਹਾ, ਇਹ ਸਮਝਦਾ ਰਿਹਾ ਮੇਰਾ ਪਰਿਵਾਰ ਬੜਾ ਵੱਡਾ ਹੈ, ਮੇਰੇ ਇੰਨੇ ਧੀਆਂ ਪੁੱਤਰ ਨੇ, ਇੰਨੇ ਮੇਰੇ ਗਾਂ ਧੀਆਂ ਪੁੱਤਰਾਂ ਦੇ ਬੱਚਿਆਂ ਦੇ ਬੱਚੇ ਨੇ, ਤੇ ਉੱਥੇ ਇਕੱਲਾ ਰਹਿ ਗਿਆ। ਉਹ ਤਾਂ ਓਨਾ ਸਮਾਂ ਹੀ ਸੀ ਜਿੰਨਾ ਸਮਾਂ ਸਵਾਸ ਚੱਲਦੇ ਸੀ। ਜਦੋਂ ਨਿਰਧਨ ਹੋ ਗਿਆ ਤੇ ਉਹ ਇਕੱਲਾ ਰਹਿ ਗਿਆ। ਹੁਣ ਜੇ ਇਹਦੇ ਪੱਲੇ ਇੱਥੇ ਨਾਮ ਨਹੀਂ, ਇਹਨੇ ਨਾਮ ਦੀ ਕਮਾਈ ਨਹੀਂ ਕੀਤੀ, ਤੇ ਫਿਰ ਇਹਨੂੰ ਇੱਥੋਂ ਦੀ ਭਵ ਸਾਗਰ 'ਚੋਂ ਨੰਗਾ ਕਰਕੇ ਲੈ ਕੇ ਜਾਂਦੇ, ਇਹਨੂੰ ਕੁੱਟਦੇ ਮਾਰਦੇ ਬੇਇੱਜ਼ਤ ਕਰਕੇ। ਇੱਧਰ ਸੰਸਾਰ ਦੇ ਵਿੱਚ ਇਹਦੇ 'ਤੇ ਬੜੇ ਰੰਗ ਚੜ੍ਹੇ ਹੋਏ ਸੀ। ਕਿਸੇ ਦੇ ਰਾਜ ਦਾ ਰੰਗ ਚੜ੍ਹਿਆ ਸੀ, ਮੈਂ ਰਾਜਾ, ਮੇਰੇ ਕੋਲ ਬੜਾ ਵੱਡਾ ਉਹਦਾ, ਜੋ ਮੈਂ ਕਹਿ ਦਾਂ ਉਹੀ ਹੁੰਦਾ, ਮੇਰਾ ਹੁਕਮ ਚੱਲਦਾ। ਕਿਸੇ ਦੇ ਰੰਗ ਚੜ੍ਹਿਆ ਸੀ ਮਾਲ ਦਾ, ਮੇਰੇ ਕੋਲ ਤਾਂ ਮਾਲ ਹੀ ਇੰਨਾ, ਧਨ ਦੌਲਤ ਜ਼ਮੀਨ ਜਾਇਦਾਦ ਇੰਨੀ, ਮੈਂ ਹੰਕਾਰ ਦੇ ਵਿੱਚ ਫੁੱਲਿਆ ਨਹੀਂ ਸੀ ਸਮਾਉਂਦਾ। ਹੁਣ ਇਹ ਜਿਹੜੇ ਮਾਇਆ ਦੇ ਰੰਗ ਸੀ ਇਹ ਸਾਰੇ ਲੱਥ ਗਏ, ਉਹ ਨੰਗਾ ਕਰ ਲਿਆ ਜਮਾਂ ਨੇ। ਹੁਣ ਨਾਮ ਤੋਂ ਬਿਨਾਂ ਇਹਨੇ ਬੇਪੱਤ ਬੇਇੱਜ਼ਤ ਹੋ ਕੇ ਜਾਣਾ। ਮਹਾਰਾਜ ਫਰਮਾਉਂਦੇ ਰਾਜ ਰੰਗ ਮਾਲ ਰੰਗ, ਰੰਗ ਰਤਾ ਨੱਚੇ ਨੰਗ, ਨਾਨਕ ਠਗਿਆ ਮੁਠਾ ਜਾਏ, ਬਿਨ ਨਾਮੇ ਪਤ ਗਿਆ ਗਵਾਈ। ਬਈ ਨਾਮ ਤੋਂ ਬਿਨਾਂ ਇਹਦੀ ਇੱਜ਼ਤ ਪੱਤ ਰਹਿੰਦੀ ਕੋਈ ਨਹੀਂ, ਬਹੁਤ ਬੇਇੱਜ਼ਤ ਕਰਦੇ। ਸੰਸਾਰ ਦੇ ਵਿੱਚ ਤਾਂ ਜਿਵੇਂ ਜੀਵ ਕਹਿੰਦਾ ਨਾ ਮੇਰੀ ਬੜੀ ਇੱਜ਼ਤ ਹੈ ਜੀ, ਮੇਰਾ ਬੜਾ ਮਾਣ ਸਤਿਕਾਰ ਹੈ, ਲੋਕ ਮੇਰੀ ਬਹੁਤ ਇੱਜ਼ਤ ਕਰਦੇ, ਹੋਰ ਬੇਪਤ ਕਰ ਦਿੰਦੇ, ਉੱਥੇ ਕੋਈ ਇੱਜ਼ਤ ਨਹੀਂ ਰਹਿੰਦੀ। ਇੱਥੇ ਤਾਂ ਮਹਾਰਾਜ ਕਹਿੰਦੇ ਵੀ ਇਹ ਸੰਸਾਰ ਦੀਆਂ ਵਡਿਆਈਆਂ, ਸੰਸਾਰ ਦੀ ਸੋਭਾ, ਇਹ ਸਭ ਝੂਠੀ ਹੈ। ਇਹ ਸੰਸਾਰ ਦੀਆਂ ਵਡਿਆਈਆਂ ਸਾਡੇ ਮਨ ਦੇ ਅੱਗੇ ਕੰਮ ਨਹੀਂ ਆਉਂਦੀਆਂ। ਮਹਾਰਾਜ ਕਹਿੰਦੇ ਦੁਨੀਆ ਕੀਆਂ ਵਡਿਆਈਆਂ ਆਵੇ ਕਵਣੇ ਕਾਮ, ਵੀ ਇਹ ਦੁਨੀਆ ਦੇ ਜਿਹੜੇ ਤੇਰੀ ਵਡਿਆਈ ਕਰਦੇ ਸੀ ਨਾ, ਝੂਠੀ ਹੀ ਕਰਦੇ ਸੀ। ਹੁਣ ਇਹ ਵਡਿਆਈ ਤੇਰੇ ਅੱਗੇ ਕੰਮ ਨਹੀਂ ਆਉਣੀ। ਸਤਿਗੁਰੂ ਇਸ ਲਈ ਫਿਰ ਸਮਝਾਉਂਦੇ ਬਈ ਵਡਿਆਈ ਤਾਂ ਸਾਡੇ ਮਨ ਨੂੰ ਸਤਿਗੁਰੂ ਦਿੰਦੇ ਜੇ ਅਸੀਂ ਨਾਮ ਦੇ ਨਾਲ ਜੁੜ ਜਾਂਦੇ।
ਜੇ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਤੇ ਫਿਰ ਸਾਨੂੰ ਵਡਿਆਈਆਂ ਨੇ। ਉਹ ਵਡਿਆਈਆਂ ਸਾਨੂੰ ਮਾਲਕ ਦਿੰਦੇ, ਪਰਮੇਸ਼ਰ ਦਿੰਦੇ। ਇੱਕ ਤਾਂ ਸੰਸਾਰ ਦੀਆਂ ਵਡਿਆਈਆਂ ਜਿਹੜੀਆਂ ਝੂਠੀਆਂ, ਕਿਉਂਕਿ ਇਹ ਸੰਸਾਰ ਵੀ ਝੂਠਾ ਅਤੇ ਇਹਦੀ ਵਡਿਆਈ ਵੀ ਝੂਠੀ, ਕਿਉਂਕਿ ਇਹ ਸਰੀਰ ਹੀ ਝੂਠਾ, ਇਹਨੇ ਜਦੋਂ ਰਹਿਣਾ ਹੀ ਨਹੀਂ। ਸੋ ਇਸ ਵਾਸਤੇ ਫਿਰ ਮਹਾਰਾਜ ਸਮਝਾਉਂਦੇ ਵੀ ਇੱਕ ਵਡਿਆਈਆਂ ਉਹਨਾਂ ਗੁਰਮੁਖਾਂ ਨੂੰ, ਸੰਤਾਂ ਨੂੰ, ਗੁਰਸਿੱਖਾਂ ਨੂੰ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਪ੍ਰਗਟ ਹੋ ਗਿਆ ਅਤੇ ਸੱਚ ਪ੍ਰਗਟ ਹੋ ਗਈ। ਮਾਰੇ ਤਾਈਆਂ ਸਮਝਾਉਂਦੇ, ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੀ। ਵੀ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਜਿਨ੍ਹਾਂ ਦੇ ਅੰਦਰ ਉਹ ਸੱਚ ਪ੍ਰਗਟ ਹੋ ਗਿਆ, ਨਾਮ ਪ੍ਰਗਟ ਹੋ ਗਿਆ। ਉਹਨਾਂ ਨੂੰ ਕਿੰਨੀਆਂ ਵਡਿਆਈਆਂ ਦਿੰਦੇ ਮਹਾਰਾਜ। ਉਹਨਾਂ ਨੂੰ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਫਿਰ ਮਾਲਕ ਨੇ ਆਪਦੇ ਨਾਲ ਮਿਲਾ ਲਿਆ ਅਤੇ ਜਿਨ੍ਹਾਂ ਨੂੰ ਆਪਦੀ ਸਿਫਤ ਸਲਾਹ ਦਾ ਕੱਪੜਾ ਦੇ ਦਿੱਤਾ। ਮਹਾਰਾਜ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਸੇ ਪਾਤਸ਼ਾਹ। ਵੀ ਉਹ ਪਾਤਸ਼ਾਹ ਦਾ ਪਾਤਸ਼ਾਹ ਮਾਲਕ ਬਣਾ ਦਿੰਦੇ ਪਰਮੇਸ਼ਰ, ਜਿਨ੍ਹਾਂ ਨੂੰ ਫਿਰ ਉਹ ਆਪਦੀ ਸਿਫਤ ਸਲਾਹ ਬਖਸ਼ਿਸ਼ ਕਰਦੇ। ਕਿਉਂਕਿ ਪਰਮਾਤਮਾ ਵਾਹਿਗੁਰੂ ਆਪ ਪਾਤਸ਼ਾਹ ਦਾ ਪਾਤਸ਼ਾਹ। ਜਦੋਂ ਅਸੀਂ ਉਹਦੀ ਵਡਿਆਈ ਕਰਾਂਗੇ, ਉਹਦੇ ਚਾਕਰ ਬਣ ਜਾਂਗੇ, ਅਤੇ ਉਹ ਸਾਨੂੰ ਵੀ ਪਾਤਸ਼ਾਹ ਬਣਾ ਦਿੰਦੇ। ਸੋ ਇਸ ਲਈ ਮਹਾਰਾਜ ਕਹਿੰਦੇ ਵੀ ਉਹਨਾਂ ਗੁਰਮੁਖਾਂ ਨੂੰ ਫਿਰ ਵਡਿਆਈਆਂ ਨੇ ਜਿਹੜੇ ਮਾਲਕ ਦਾ ਸਿਮਰਨ ਕਰਦੇ, ਸਿਮਰਨ ਕਰਕੇ ਜਿਨ੍ਹਾਂ ਨੇ ਆਪਣੇ ਘਰ ਦੀ ਪਹਿਚਾਣ ਕਰ ਲਈ, ਜਿਹੜੇ ਨਾਮ ਦੇ ਨਾਲ ਜੁੜ ਕੇ, ਉਹਨਾਂ ਦੀ ਮਹਾਰਾਜ ਬਹੁਤ ਵਡਿਆਈ ਕਰਦੇ। ਵਡਿਆਈ ਕਰਦੇ ਸਤ ਸੰਗਤ ਦੀ, ਜਿਹੜੇ ਸਤ ਸੰਗਤ ਕਰਦੇ ਉਹਨਾਂ ਦੀ ਵਡਿਆਈ ਕਰਦੇ। ਸਤਿਗੁਰੂ ਕਹਿੰਦੇ ਵੀ ਜਿਹੜੇ ਗੁਰਮੁਖ ਮਾਲਕ ਦੀ ਵਾਹ ਵਾਹ ਕਰਦੇ ਵੀ ਉਹ ਸੋਹਣੇ ਨੇ। ਮਹਾਰਾਜ ਕਹਿੰਦੇ ਵਾਹੋ ਵਾਹੋ ਕਰੇ ਸਹੀ ਜਨ ਸੋਹਣੇ। ਵੀ ਜਿਹੜੇ ਮਾਲਕ ਦੀ ਵਾਹ ਵਾਹ ਕਰਦੇ ਉਹ ਸੋਹਣੇ ਨੇ। ਅਤੇ ਸਤਿਗੁਰੂ ਕਹਿੰਦੇ ਵੀ ਉਹ ਵਡਭਾਗੀ ਵੀ ਨੇ ਜਿਨ੍ਹਾਂ ਦੇ ਮੁਖ ਦੇ ਵਿੱਚੋਂ ਮਾਲਕ ਖੁਦ ਵਾਹ ਵਾਹ ਕਰਾਉਂਦਾ। ਵਡਭਾਗੀਆਂ ਬਾਹੋ ਬਾਹੋ ਮੂੰਹੋਂ ਕਢਾਈ। ਬਈ ਵੱਡੇ ਭਾਗਾਂ ਵਾਲੇ ਸਾਨੂੰ ਮਾਲਕ ਬਣਾ ਦਿੰਦਾ, ਅਤੇ ਉਹ ਆਪ ਕਿਰਪਾ ਕਰਕੇ ਆਪਣੇ ਮੁਖ ਦੇ ਵਿੱਚੋਂ ਆਪਣੀ ਵਡਿਆਈ ਕਰਾਉਂਦਾ, ਆਪਣੀ ਉਸਤਤ ਕਰਾਉਂਦਾ, ਸੋਭਾ ਕਰਾਉਂਦਾ। ਸੋ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਬਈ ਸਾਨੂੰ ਵਡਿਆਈਆਂ ਤਾਂ ਮਾਲਕ ਦਿੰਦੇ ਜੇ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੇ ਹਾਂ। ਜੇ ਅਸੀਂ ਆਪਦੀ ਮੱਤ ਦੁਆਰਾ ਚੱਲਾਂਗੇ, ਫਿਰ ਸਾਨੂੰ ਬੇਪੱਤ ਹੋਣਾ ਪਏਗਾ, ਬੇਇੱਜ਼ਤ ਹੋਣਾ ਪਏਗਾ। ਜਮਾਂ ਦੀ ਜਿਹੜੀ ਮਾਰ ਹੈ ਉਹ ਸਹਿਣੀ ਬਹੁਤ ਔਖੀ। ਉਹ ਤਾਂ ਦੀ ਜਿਹੜੀ ਮਾਰ ਉਹ ਸਹੀ ਨਹੀਂ ਜਾਂਦੀ। ਇੰਨਾ ਕੁੱਟਦੇ, ਨੰਗਾ ਕਰਕੇ ਕੁੱਟਦੇ। ਮਾਰੇ ਫਰਮਾਉਂਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਈ। ਬਈ ਜਮਾਂ ਦੀ ਜਿਹੜੀ ਮਾਰ ਉਹ ਸਹਿਣੀ ਬਹੁਤ ਔਖੀ, ਉਹ ਸਹੀ ਨਹੀਂ ਜਾਂਦੀ। ਇਹ ਸਾਡੇ 'ਤੇ ਮਾਲਕ ਨੇ ਕਿਰਪਾ ਕੀਤੀ, ਸਾਨੂੰ ਸਾਧੂ ਦਾ ਸੰਗ ਹੋ ਗਿਆ। ਵੀ ਉਹ ਸਾਧੂ ਨੇ ਐਸੀ ਕਿਰਪਾ ਕੀਤੀ, ਸਾਨੂੰ ਆਪਣੇ ਅੰਚਲ ਨਾਲ ਲਾ ਲਿਆ, ਪੱਲੇ ਨਾਲ ਲਾ ਲਿਆ। ਪੱਲਾ ਕੀ ਹੈ? ਪੱਲਾ ਹੈ ਸਾਧੂਆਂ ਦੇ ਬਚਨ। ਜਦੋਂ ਅਸੀਂ ਉਹਨਾਂ ਦੇ ਬਚਨ ਸੁਣ ਕੇ ਉਹਨਾਂ ਬਚਨਾਂ ਨੂੰ ਮੰਨਦੇ ਹਾਂ, ਅਸੀਂ ਉਹਨਾਂ ਦੇ ਪੱਲੇ ਨਾਲ ਲੱਗ ਕੇ, ਉਹ ਸਾਡਾ ਪੱਲਾ ਫਿਰ ਅੱਗੇ ਪਰਮਾਤਮਾ ਨੂੰ ਫੜਾ ਦਿੰਦੇ। ਉਹ ਸਾਡੀ ਟੁੱਟੀ ਹੋਈ ਅੱਗੇ ਨਾਮ ਦੇ ਨਾਲ ਜੋੜ ਦਿੰਦੇ। ਜਦੋਂ ਅਸੀਂ ਮਾਲਕ ਦਾ ਪੱਲਾ ਫੜ ਲਿਆ, ਮਾਲਕ ਦਾ ਪੱਲਾ ਹੈ ਨਾਮ, ਅਣਹਦ ਸ਼ਬਦ ਜੋ ਆਪਣੇ ਅੰਦਰ ਚੱਲਦਾ।
ਜਦੋਂ ਅਸੀਂ ਉਹਦੇ ਪੱਲੇ ਨਾਲ ਲੱਗ ਗਏ ਫਿਰ ਸਾਨੂੰ ਕੋਈ ਖਤਰਾ ਨਹੀਂ ਹੈ। ਫਿਰ ਅਸੀਂ ਇਹ ਤ੍ਰੈ ਗੁਣਾਂ ਤੋਂ ਉੱਪਰ ਚਲੇ ਗਏ, ਕਾਲ ਦੇ ਦਾਇਰੇ ਤੋਂ ਬਾਹਰ ਨਿਕਲ ਗਏ। ਮਹਾਰਾਜ ਕਹਿੰਦੇ ਵੀ ਅਸੀਂ ਮਾਲਕ ਦੇ ਪੱਲੇ ਦੇ ਨਾਲ ਕਦੋਂ ਲੱਗੇ, ਕਦੋਂ ਜੁੜੇ? ਵੀ ਜਦੋਂ ਅਸੀਂ ਇਹ ਸੰਸਾਰ ਦੇ ਵਿੱਚ ਤਾਂ ਦੇਖ ਲਿਆ ਵੀ ਇਹ ਸਾਰਾ ਸੰਸਾਰ ਝੂਠਾ, ਵੀ ਅਸੀਂ ਇਹ ਸੰਸਾਰ ਦੀ ਉਸਤਤ ਕਰਨੀ ਵੀ ਛੱਡ ਦਿੱਤੀ ਅਤੇ ਨਿੰਦਿਆ ਕਰਨੀ ਵੀ ਛੱਡ ਦਿੱਤੀ। ਸਾਰੇ ਸਾਗ ਵੀ ਦੇਖ ਲਏ ਵੀ ਕੂੜਦੇ ਨੇ। ਫਿਰ ਦੇਖ ਕੇ ਫਿਰ ਸਾਧੂ ਦਾ ਸੰਗ ਹੋਇਆ ਅਤੇ ਸਾਧੂ ਦੇ ਬਚਨਾਂ ਨੂੰ ਮੰਨ ਕੇ ਕਮਾ ਕੇ ਫਿਰ ਉਹ ਮਾਲਕ ਦੇ ਪੱਲੇ ਦੇ ਨਾਲ ਜੁੜਿਆ ਜਾਂਦਾ ਨਾਮ 'ਤੇ। ਜਿਸ ਵਰਤਾਏ ਮਾਰੇ ਫਰਮਾਉਂਦੇ, ਉਸਤਤ ਨਿੰਦਾ ਨਾਨਕ ਜੀ ਮੈਂ ਹਬ ਵੰਝਾਈ ਛੋੜਿਆ। ਹਬ ਕਿਛ ਤਿਆਗੀ ਸਭੇ ਸਾਕ ਕੜਾਵੇ ਡਿੱਠੇ, ਤਉ ਪੱਲੇ ਤੈਂਡੇ ਲਾਗੀ। ਬਈ ਫੇਰ ਤੇਰੇ ਪੱਲੇ ਨਾਲ ਲੱਗੀ ਸਾਡੀ ਸੁਰਤੀ। ਵੀ ਜਦੋਂ ਅਸੀਂ ਇੱਧਰ ਸੰਸਾਰ 'ਚ ਦੇਖ ਲਿਆ, ਸਾਧੂ ਨੇ ਐਸਾ ਗਿਆਨ ਦਿੱਤਾ, ਭੇਦ ਦਿੱਤਾ, ਜਿਵੇਂ ਹੁਣ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਸੰਤ ਸਾਧੂ ਜਨ ਨੇ ਸਾਰਾ ਭੇਦ ਦਿੰਦੇ ਬਈ ਇਹ ਜਿਹੜਾ ਸੰਸਾਰ ਇਹ ਨਾਸਵਾਨ ਹੈ, ਮਿਥਿਆ ਹੈ, ਇਹ ਸਰੀਰ ਵੀ ਮਿਥਿਆ ਆਪਣਾ, ਅਤੇ ਸਾਰੇ ਸਰੀਰ ਹੀ ਮਿਥੇ ਨੇ। ਬਈ ਤੁਸੀਂ ਇਹ ਸਰੀਰ ਤੋਂ ਉੱਪਰ ਉੱਠੋ ਅਤੇ ਇਹਦੇ ਅੰਦਰ ਜੋ ਮਾਲਕ ਵੱਸਦਾ ਉਹਦੀ ਪਹਿਚਾਣ ਕਰੋ ਅਤੇ ਹੁਕਮ ਦੀ ਪਹਿਚਾਣ ਕਰੋ। ਜਦੋਂ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਸਤਿਗੁਰਾਂ ਦੇ ਬਚਨਾਂ ਨੂੰ ਮੰਨਦੇ ਹੋਏ ਉਹ ਨਾਮ ਤੱਕ ਪਹੁੰਚ ਜਾਂਦੇ ਆਪਣੇ ਅੰਤਰਗਤ। ਅਤੇ ਅੰਤਰਗਤ ਕਿਵੇਂ ਜਾਂਦੇ, ਉਹਦੇ ਵਾਸਤੇ ਆਪਾਂ ਨੂੰ ਗੁਰੂ ਦਾ ਬਚਨ ਮੰਨਣਾ ਪੈਂਦਾ। ਉਹ ਫਿਰ ਬਚਨ ਆਪਾਂ ਨੂੰ ਕੀ ਕਰਦੇ ਵੀ ਤੁਸੀਂ ਸਿਮਰਨ ਕਰੋ। ਜਦੋਂ ਅਸੀਂ ਫਿਰ ਇਹ ਸਿਮਰਨ ਕਰਾਂਗੇ, ਗੁਰੂ ਦਾ ਬਚਨ ਮੰਨਾਂਗੇ, ਕਮਾਵਾਂਗੇ, ਅਤੇ ਫਿਰ ਅਸੀਂ ਅੰਤਰਮੁਖੀ ਹੋ ਜਾਵਾਂਗੇ। ਫਿਰ ਸਾਨੂੰ ਜੋ ਮਹਾਰਾਜ ਗਿਆਨ ਦੇ ਰਹੇ, ਫਿਰ ਸਾਨੂੰ ਇਹ ਗਿਆਨ ਵੀ ਹੋ ਜਾਏਗਾ, ਸੋਝੀ ਵੀ ਆ ਜਾਏਗੀ। ਜੇ ਅਸੀਂ ਸਿਮਰਨ ਕਰਾਂਗੇ ਤਾਂ, ਜੇ ਅਸੀਂ ਸਿਮਰਨ ਨਹੀਂ ਕਰਦੇ ਫਿਰ ਸਾਨੂੰ ਸਮਝ ਹੀ ਨਹੀਂ ਲੱਗਦੀ। ਅਤੇ ਜਦੋਂ ਸਮਝ ਹੀ ਨਹੀਂ ਲੱਗਦੀ, ਮੰਨਣਾ ਤਾਂ ਫਿਰ ਹੈ ਹੀ ਕੀ ਆ। ਮੰਨਾਂਗੇ ਤਾਂ ਫੇਰ ਹੀ ਜੇ ਸਮਝ ਲੱਗੂ। ਮੰਨਣ ਦੀ ਅਵਸਥਾ ਤਾਂ ਬਾਅਦ ਦੀ। ਹੁਣ ਸਮਝ ਹੀ ਨਹੀਂ ਜੀਵ ਨੂੰ ਲੱਗਦੀ ਵੀ ਮੈਨੂੰ ਕਹਿੰਦੇ ਕੀ, ਕਿਉਂ ਨਹੀਂ ਸਮਝ ਲੱਗਦੀ? ਕਿਉਂਕਿ ਜਦੋਂ ਅਸੀਂ ਸਿਮਰਨ ਨਹੀਂ ਕਰਾਂਗੇ ਸਾਨੂੰ ਸਮਝ ਨਹੀਂ ਆਉਣੀ ਵੀ ਪਤਾ ਨਹੀਂ ਕੀ ਗੱਲਾਂ ਕਰਦੇ, ਕੀ ਸਮਝਾਉਂਦੇ। ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਸੁਣਨ ਦੀ ਅਵਸਥਾ 'ਚ ਆਏਗਾ, ਜਾਗਤ ਅਵਸਥਾ 'ਚ ਆਏਗਾ। ਫਿਰ ਇਹਨੂੰ ਸਮਝ ਲੱਗੇਗੀ ਵੀ ਮੈਨੂੰ ਆਹ ਸਮਝਾਇਆ ਜਾ ਰਿਹਾ ਵੀ ਇਹ ਕਥਾ ਕਹਾਣੀ ਜਿਹੜੀ ਇਹ ਕਿਸੇ ਹੋਰ ਦੀ ਕਹਾਣੀ ਨਹੀਂ, ਇਹ ਆਪਣੇ ਸਾਰਿਆਂ ਦੇ ਮਨਾਂ ਦੀ ਕਹਾਣੀ, ਇਹ ਆਪਣੇ ਖੁਦ ਦੀ ਕਹਾਣੀ। ਫਿਰ ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਸੁਣਨ ਦੀ ਅਵਸਥਾ 'ਚ ਆਏਗਾ। ਫਿਰ ਇਹ ਜਦੋਂ ਸੁਣਦਾ ਕਥਾ ਕਹਾਣੀ ਨੂੰ ਧਿਆਨ ਦੇ ਨਾਲ, ਫਿਰ ਇਹ ਕਹਿੰਦਾ ਵੀ ਇਹ ਕਿਸੇ ਹੋਰ ਦੀ ਕਹਾਣੀ ਨਹੀਂ, ਇਹ ਮੇਰੀ ਖੁਦ ਦੀ ਕਹਾਣੀ। ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਕਥਾ ਕਹਾਣੀ ਨੂੰ ਸੁਣਨ ਦੇ ਨਾਲ ਹੀ ਇੰਨਾ ਸੁੱਖ ਮਿਲਦਾ ਹੈ, ਅਤੇ ਕਿਉਂ ਨਾ ਮੈਂ ਆਪਦੇ ਘਰ ਜਾਵਾਂ, ਮਾਲਕ ਨੂੰ ਮਿਲਾਂ, ਅਤੇ ਉੱਥੇ ਕਿੰਨਾ ਸੁੱਖ ਹੋਏਗਾ। ਤਾਈਓ ਮਾਰੇ ਫਿਰ ਸਾਨੂੰ ਸਮਝਾਉਂਦੇ, ਕਹਿੰਦੇ ਸੁਣ ਅਕਥ ਕਥਾ ਸੁਖਵੰਤੀ। ਵੀ ਇਹ ਕਥ ਕਥਾ ਸਾਡੇ ਮਨ ਨੂੰ ਸੁੱਖ ਦੇਣ ਵਾਲੀ, ਅਤੇ ਜਦੋਂ ਸੁਣਾਂਗੇ ਧਿਆਨ ਨਾਲ ਸਾਡੇ ਮਨ ਤੋਂ ਮੈਲ ਵੀ ਲੈ ਜਾਏਗੀ। ਸਭ ਕਿਲ ਵਿਖ ਪਾਪ ਲਹੰਤੀ। ਇਸ ਲਈ ਹੁਣ ਇਹ ਕਥਾ ਕਹਾਣੀ ਨੂੰ ਸਮਝਣ ਲਈ ਸਾਨੂੰ ਇਹ ਸਿਮਰਨ ਕਰਨਾ ਪੈਣਾ। ਜਿੰਨਾ ਅਸੀਂ ਸਿਮਰਨ ਕਰਾਂਗੇ ਉਨੀ ਸਾਨੂੰ ਸਮਝ ਲੱਗੇਗੀ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਦੱਸਦੇ ਨੇ ਵੀ ਅਭਿਆਸ ਕਰਕੇ ਮਨ ਨੂੰ ਸੁੱਤੇ ਹੋਏ ਨੂੰ ਜਗਾਓ, ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਕਰੋ। ਉਹਦੇ ਵਾਸਤੇ ਫਿਰ ਇਹ ਤਰੀਕਾ ਜੁਗਤੀ ਹੈ। ਮਨ ਨੂੰ
ਇਕਾਗਰ ਕਰਨ ਵਾਸਤੇ, ਮਨ ਨੂੰ ਜਗਾਉਣ ਵਾਸਤੇ। ਜੋ ਅਸੀਂ ਕਹਿੰਦੇ ਹਾਂ ਨਾ ਵੀ ਗੁਰਬਾਣੀ ਪੜ੍ਹਦੇ ਸਾਡਾ ਮਨ ਨਹੀਂ ਟਿਕਦਾ, ਇਹ ਮਨ ਨੂੰ ਟਿਕਾਉਣ ਦੀ ਜੁਗਤੀ ਹੈ। ਬਈ ਮੁੱਖ ਦੁਆਰਾ ਬੋਲੋ, ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣੋ, ਇਹਦੇ ਨਾਲ ਸਾਡੇ ਮਨ ਦਾ ਆਧਾਰ ਹੋ ਜਾਏਗਾ, ਅਸੀਂ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜਾਵਾਂਗੇ। ਮਹਾਰਾਜ ਆਪਾਂ ਨੂੰ ਇਹ ਵਿਧੀ ਤਰੀਕਾ ਦੱਸਦੇ ਹੋਏ ਫਰਮਾਉਂਦੇ, ਰਸਨਾ ਉਚਰੇ ਹਰ ਸਰਵਣੀ ਸੁਣੇ ਸੋ ਉਧਰੇ ਮਿੱਤ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਵੀ ਜਿਹਨੇ ਵਿਧੀ ਤਰੀਕਾ ਅਪਣਾ ਲਿਆ ਉਹਦਾ ਆਧਾਰ ਹੋ ਜਾਣਾ। ਆਓ ਹੁਣ ਆਪਾਂ ਗੁਰੂ ਸਾਹਿਬਾਨਾਂ ਦੀ ਦੱਸੀ ਹੋਈ ਇਹ ਵਿਧੀ ਜੁਗਤੀ ਤਰੀਕਾ ਅਪਣਾਈਏ ਤਾਂ ਕਿ ਸਾਡੇ ਮਨ ਦਾ ਆਧਾਰ ਹੋ ਜੇ, ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋ ਜੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਹੁਣ ਇਹ ਆਪਾਂ ਮਨ ਨੂੰ ਆਪਣੇ ਨੂੰ ਰੋਗਾਂ ਤੋਂ ਰਹਿਤ ਕਰਨ ਵਾਸਤੇ ਇਹ ਸਿਮਰਨ ਕਰਨਾ, ਤੇ ਨਾਲ ਨਾਲ ਜੋ ਰਹਿਤਾਂ ਦੱਸੀਆਂ ਉਹ ਰੱਖਣੀਆਂ। ਇਹ ਨਾ ਹੋਵੇ ਵੀ ਸਿਮਰਨ ਵੀ ਕਰੀ ਚੱਲੀਏ ਤੇ ਰਹਿਤਾਂ ਨਾ ਰੱਖੀਏ। ਜਿਵੇਂ ਡਾਕਟਰ ਪਾਸ ਜਾਈਏ, ਦਵਾਈ ਤਾਂ ਲੈ ਲਈਏ ਤੇ ਜੋ ਪਰਹੇਜ਼ ਦੱਸੇ ਉਹ ਨਾ ਰੱਖੀਏ ਤੇ ਦਵਾਈ ਅਸਰ ਹੀ ਨਹੀਂ ਕਰਦੀ। ਹੁਣ ਇਸੇ ਤਰ੍ਹਾਂ ਹੀ ਸਾਨੂੰ ਸਮਝਾਉਂਦੇ ਬਈ ਜੇ ਅਸੀਂ ਵੈਦ ਪਾਸ ਜਾਈਏ, ਔਖਦ ਦਾਰੂ ਲਈਏ ਤੇ ਉਹ ਦਾਰੂ ਖਾਈਏ ਨਾ, ਤੇ ਜੋ ਸੰਜਮ ਦੱਸੇ ਉਹ ਸੰਜਮ ਨਾ ਰੱਖੀ, ਫਿਰ ਜੀਵ ਦਾ ਰੋਗ ਕਿਵੇਂ ਖਤਮ ਹੋਵੇ ਤੇ ਕਿਵੇਂ ਉਹ ਸੁਖੀ ਹੋ ਸਕੇ। ਇਸ ਲਈ ਸਾਨੂੰ ਸਮਝਾਉਂਦੇ, ਪੁੱਛਤ ਹੈ ਵੈਦ
खात औखद न संजम से, कैसे मेटे रोग सुख सहज समाइए। भाई गुरदास जी कहते बई जीव वैद पास जावे ते औखद लवे ते ਉਹ ਖਾਵੇ ਨਾ, ਤੇ ਜਿਹੜੇ ਉਹ ਸੰਜਮ ਦੱਸੇ ਉਹ ਸੰਜਮ ਨਾ ਰੱਖੇ, ਉਹ ਪਰਹੇਜ਼ ਨਾ ਰੱਖੇ, ਤੇ ਫਿਰ ਉਹਦਾ ਕਿਵੇਂ ਰੋਗ ਮਿਟੇ ਤੇ ਕਿਵੇਂ ਉਹ ਸਹਿਜ ਵਿੱਚ ਜਾਵੇ, ਜਾ ਨਹੀਂ ਸਕਦਾ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਆਪਦੇ ਘਰ ਜਾਣਾ ਚਾਹੁੰਦੇ ਹਾਂ, ਸਹਿਜ ਦੇ ਵਿੱਚ ਨਾਮ ਦੀ ਪ੍ਰਾਪਤੀ ਕਰਨੀ ਚਾਹੁੰਦੇ ਹਾਂ। ਫਿਰ ਇਹ ਸਿਮਰਨ ਕਰੋ ਵੱਧ ਤੋਂ ਵੱਧ, ਕਿਸੇ ਨਾਲ ਵੀ ਵੈਰ ਵਿਰੋਧ ਨਾ ਕਰੋ, ਕਿਸੇ ਦੇ ਨਾਲ ਦੁਵਿਧਾ ਨਾ ਕਰੋ, ਕਿਸੇ ਦੀ ਨਿੰਦਿਆ ਨਾ ਕਰੋ। ਹਉਮੈ ਹੰਕਾਰ ਤੋਂ ਮਨ ਨੂੰ ਰਹਿਤ ਰੱਖੋ। ਐਸੀ ਅਵਸਥਾ ਚੱਲੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਵੀ ਅਸੀਂ ਵੀ ਮਾੜੇ ਹਾਂ ਭਾਈ, ਬਾਕੀ ਤਾਂ ਸਾਤੋਂ ਸਾਰੇ ਹੀ ਚੰਗੇ ਨੇ। ਜਿਹੜਾ ਆਪਦੇ ਆਪ ਨੂੰ ਐਸਾ ਸਮਝਦਾ ਉਹ ਮਹਾਰਾਜ ਕਹਿੰਦੇ ਸਾਡਾ ਮਿੱਤਰ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਈ। ਕਿਉਂਕਿ ਜਿਹੜਾ ਗੁਰੂ ਨਾਨਕ ਦਾ ਘਰ ਹੈ ਨੀਵਿਆਂ ਦਾ, ਨਿਮਾਣਿਆਂ ਦਾ। ਜਿੰਨਾ ਅਸੀਂ ਨੀਵੇਂ ਨਿਮਾਣੇ ਹੋਵਾਂਗੇ ਮਨ ਕਰਕੇ, ਓਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਇਹ ਨਿਮਾਣਾ ਮਨ ਸਾਡੇ ਮਨ ਨੇ ਫੇਰ ਹੀ ਹੋਣਾ ਜੇ ਅਸੀਂ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ, ਗੁਰੂ ਦੀ ਮੱਤ ਗਿਆਨ ਲਵਾਂਗੇ, ਫਿਰ ਮਨ ਨੀਵਾਂ ਹੁੰਦਾ। ਨਹੀਂ ਤਾਂ ਬਹੁਤ ਹੰਕਾਰੀ ਹੋ ਜਾਂਦਾ, ਤੇ ਹੰਕਾਰੀ ਮਨ ਹੀ ਦੁਵਿਧਾ ਕਰਦਾ, ਉਹੀਓ ਨਿੰਦਿਆ ਕਰੇਗਾ, ਉਹੀਓ ਵੈਰ ਵਿਰੋਧ ਦੀ ਗੱਲ ਕਰੇਗਾ, ਕਿਉਂਕਿ ਅੰਦਰ ਹੰਕਾਰ ਹੈ। ਸੋ ਹੰਕਾਰ ਮਾਲਕ ਨੂੰ ਭਾਉਂਦਾ ਨਹੀਂ। ਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਘਰ ਹੈ ਨਿਮਾਣਿਆਂ ਦਾ, ਤੇ ਉਹਦੇ ਲਈ ਵੱਧ ਤੋਂ ਵੱਧ ਸਿਮਰਨ ਕਰੋ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੋ, ਅਤੇ ਵੱਧ ਤੋਂ ਵੱਧ ਸੰਗਤ ਕਰੋ। ਇਹ ਜਿਹੜੇ ਸੰਜਮ ਨੇ, ਇਹ ਪਰਹੇਜ਼ ਨੇ, ਇਹ ਰੱਖੋ। ਤੇ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਵਾਰ ਵਾਰ ਇਹੋ ਸਮਝਾਉਂਦੇ ਸਾਡੇ ਜੀਵਨ ਦੀ ਜਾਂਚ। ਤੇ ਇਹੋ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਵਾਰ ਵਾਰ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡਾ ਮਨ ਮੰਨਣ ਦੀ ਅਵਸਥਾ 'ਚ ਆ ਜਾਏ, ਅਸੀਂ ਮੰਨ ਜਾਈਏ, ਅਸੀਂ ਇਹ ਚੀਜ਼ਾਂ ਛੱਡ ਦਈਏ, ਵੈਰ ਵਿਰੋਧ। ਜੇ ਛੱਡ ਦਾਂਗੇ ਤੇ ਅਸੀਂ ਜੀਵਨ ਦਾ ਲਾਹਾ ਕੱਟ ਲਵਾਂਗੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।